ਸੋਨੀਆ ਨੇ ਕੱਲ੍ਹ ਪਹਿਲੇ ਗਰੁੱਪ ਅੰਦਰ ਲਿਖਿਆ ਸੀ, ਇਸ ਮਨੁੱਖੀ ਜੀਵਨ ਦਾ ਲਾਹਾ ਪੂਰੀ ਤਰ੍ਹਾਂ ਤੇ ਕਿਵੇਂ ਲਿਆ ਜਾ ਸਕਦਾ ਹੈ ਜੀ। ਚਾਨਣਾ ਪਾਓ ਜੀ। ਇਹ ਚਾਨਣਾ ਬਹੁਤ ਵਾਰ ਪਹਿਲਾਂ ਪਾਇਆ ਜਾ ਚੁੱਕਾ ਹੈ, ਬਹੁਤ ਵਾਰ ਦੱਸਿਆ ਵੀ ਹੈ, ਤੁਹਾਨੂੰ ਪਤਾ ਵੀ ਹੈ ਕਿਉਂਕਿ ਤੁਸੀਂ ਸੁਣਿਆ ਵੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਲਾਹਾ ਲੈਣਾ ਤੇ ਗੁਰਮੁਖ ਹੋ ਜੋ, ਪਰ ਗੁਰਮੁਖ ਹੋਣਾ ਕਠਿਨ ਹੈ ਨਾ। ਗੁਰਮੁਖਾਂ ਵਾਲੀ ਗੱਲ ਮਨ ਦੇ ਅਨੁਕੂਲ ਨਹੀਂ ਹੈ। ਇਸੇ ਕਾਰਨ ਮਨ ਯਾਦ ਨਹੀਂ ਰੱਖਦਾ, ਪਕੜਦਾ ਨਹੀਂ, ਕਿਉਂਕਿ ਉਹਦੇ ਅਨੁਕੂਲ ਹੀ ਨਹੀਂ। ਮਨਮੁਖਾਂ ਵਾਲੀਆਂ ਗੱਲਾਂ ਅਨੁਕੂਲ ਹਨ। ਤੇ ਉਹ ਯਾਦ ਵੀ ਰਹਿੰਦੀਆਂ ਹਨ। ਤੇ ਗੁਰਮੁਖ ਹੋਣਾ ਕਠਿਨ ਹੈ। ਗੁਰਮੁਖ ਬਣਨਾ, ਗੁਰੂ ਵੱਲ ਮੁਖ ਕਰਨਾ ਕਠਿਨ ਹੈ। ਕਿਉਂ ਕਠਿਨ ਹੋਵੇਗਾ ਗੁਰੂ ਵੱਲ ਮੁਖ ਕਰਨਾ? ਕਿਉਂਕਿ ਗੁਰੂ ਸੱਤ ਵੱਲ ਖੜਾ ਹੈ ਨਾ, ਤੇ ਸੱਤ ਵੱਲ ਮੁਖ ਕਰਨਾ ਕਠਿਨ ਹੈ। ਦੇਖੋ ਕਮਾਲ ਦੀ ਗੱਲ, ਸਾਰੀ ਦੁਨੀਆ ਪਰਮਾਤਮਾ ਨੂੰ ਮੰਗਦੀ ਹੈ ਜਾਂ ਗੁਰੂ ਨੂੰ ਮੰਗਦੇ ਹਨ ਬਹੁਤ ਸਾਰੇ, ਪਰ ਪਰਮਾਤਮਾ ਵੱਲ ਨੂੰ ਕੋਈ ਮੁਖ ਨਹੀਂ ਕਰ ਰਿਹਾ ਹੈ। ਮੰਗ ਪਰਮਾਤਮਾ ਨੂੰ ਰਹੇ ਹਨ, ਮੰਗ ਗੁਰੂ ਨੂੰ ਰਹੇ ਹਨ। ਗੁਰਮੁਖ ਤਾਂ ਹੀ ਹੋਵੋਗੇ ਨਾ ਗੁਰੂ ਮਿਲੇਗਾ। ਪਰ ਮੁਖ ਤੁਹਾਡਾ ਸੰਸਾਰ ਵੱਲ ਨੂੰ ਹੈ। ਫਿਰ ਜਿਹੜੇ ਹੋ ਚੁੱਕੇ ਗੁਰੂ ਹਨ ਉਹਨਾਂ ਨੂੰ ਤੇ ਤੁਸੀਂ ਧੋਖਾ ਦੇ ਰਹੇ ਹੋ, ਪਰ ਜਿਹੜਾ ਸਾਹਮਣੇ ਹੈ ਨਾ ਉਹਨੂੰ ਤੁਸੀਂ ਧੋਖਾ ਨਹੀਂ ਦੇ ਸਕਦੇ। ਤੁਹਾਡਾ ਮੁੱਖ ਸੰਸਾਰ ਵੱਲ ਨੂੰ ਹੈ। ਤੇ ਚਾਹੁੰਦੇ ਹੋ ਤੁਸੀਂ ਵੀ ਜੀਵਨ ਸਫਲ ਕਰਨਾ, ਜਿਵੇਂ ਗੁਰਮੁਖ ਸਫਲ ਕਰਕੇ ਜਾਂਦਾ ਹੈ, ਲਾਹਾ ਲੈ ਕੇ ਜਾਂਦਾ ਹੈ। ਪਰ ਤੁਸੀਂ ਸੰਸਾਰ ਵੱਲੋਂ ਮੁੱਖ ਫੇਰਨਾ ਨਹੀਂ ਚਾਹੁੰਦੇ ਹੋ। ਮਨ ਵੱਲ ਮੁੱਖ, ਮਨ ਮੁੱਖ ਜਾਂ ਸੰਸਾਰ ਵੱਲ ਇੱਕੋ ਹੀ ਗੱਲ ਹੈ, ਕਿਉਂਕਿ ਮਨ ਸੰਸਾਰ 'ਚੋਂ ਪੈਦਾ ਹੋਇਆ ਤੇ ਸੰਸਾਰ ਵੱਲ ਲੈ ਕੇ ਜਾਂਦਾ। ਤੇ ਸੰਸਾਰ ਵੱਲੋਂ ਧਿਆਨ ਹਟਾਉਣ ਨੂੰ ਤਿਆਰ ਨਹੀਂ ਹੋ ਤੁਸੀਂ, ਬੜਾ ਔਖਾ ਹੈ। ਆਪਣਿਆਂ ਵੱਲੋਂ ਧਿਆਨ, ਉਹ ਜਿਹੜੇ ਮਨਮੁਖ ਹਨ ਉਹ ਆਪਣੇ ਹਨ। ਦੇਖੋ, ਜਿਹੜੇ ਤੁਹਾਡਾ ਜੀਵਨ ਬਰਬਾਦ ਕਰ ਰਹੇ ਹਨ ਉਹਨਾਂ ਨਾਲ ਤੁਸੀਂ ਦੋਸਤੀ ਕੀਤੀ ਹੋਈ, ਜਿਹੜੇ ਤੁਹਾਨੂੰ ਨਰਕਾਂ ਨੂੰ ਲਿਜਾਣ ਦੇ ਕਾਰਨ ਬਣ ਰਹੇ ਹਨ ਉਹਨਾਂ ਨਾਲ ਮਿੱਤਰਤਾਈ, ਮਨਮੁਖਾਂ ਨਾਲ। ਤੇ ਮਨਮੁਖਾਂ ਨਾਲ ਮਿੱਤਰਤਾਈ ਛੱਡਣੀ ਪਵੇਗੀ ਨਾ, ਤਾਂ ਹੀ ਗੁਰਮੁਖ ਹੋਵੋਗੇ ਨਾ। ਤੇ ਮਨਮੁਖ ਜ਼ਿਆਦਾ ਹਨ, ਸਾਰੇ ਹੀ ਹਨ ਚਾਰ ਚੁਫੇਰੇ, ਕਿਉਂਕਿ ਮਨ ਦੇ ਅਧੀਨ ਹੀ ਚੱਲ ਰਹੇ ਹਨ ਸਭ। ਤੇ ਸਾਰਿਆਂ ਨੇ ਛੱਡਣੀ ਪਵੇਗੀ, ਸਾਰਿਆਂ ਨੇ ਛੱਡਣੀ ਕਠਿਨ ਹੈ। ਤੇ ਆਦਮੀ ਛੱਡਣੀ ਨਹੀਂ ਚਾਹੁੰਦਾ ਹੈ, ਕਿਉਂਕਿ ਆਦਮੀ ਭੀੜ 'ਚ ਜੀਣਾ ਗਿੱਝਿਆ ਹੋਇਆ ਹੈ। ਜਿਵੇਂ ਆਹ
ਦੂਸਰੇ ਗਰੁੱਪ ਵਿੱਚ 2 ਪੰਕਤੀਆਂ ਲਿਖ ਪਾਈਆਂ ਹਨ। ਜ਼ਿੰਦਗੀ ਸਮਝ ਆ ਗਈ ਤੋ ਅਕੇਲੇ में मेला है, ਨਾ ਸਮਝ ਆਈ ਤੋ ਮੇਲੇ में ਅਕੇਲਾ ਹੈ। ਇਹੋ ਹੀ ਕਹਿ ਰਿਹਾ ਹਾਂ ਨਾ ਮੈਂ। ਮਨਮੁੱਖਾਂ ਦੀਆਂ ਗੱਲਾਂ ਮਨਮੁੱਖਾਂ ਨੂੰ ਚੰਗੀਆਂ ਲੱਗਦੀਆਂ। ਹੁਣ ਜਿਹੜੇ ਭੀੜ 'ਚ ਰਹਿਣਾ ਗਿੱਝੇ ਹਨ, ਉਹਨਾਂ ਨੂੰ ਐਸੀਆਂ ਹੀ ਗੱਲਾਂ ਚੰਗੀਆਂ ਲੱਗਦੀਆਂ ਵੀ ਜ਼ਿੰਦਗੀ ਸਮਝ ਆ ਗਈ। ਜਿਹਨੂੰ ਸਮਝ ਆ ਗਈ ਉਹ ਅਕੇਲਾ ਵੀ ਮੇਲੇ 'ਚ ਰਹਿੰਦਾ ਹੈ, ਅਤੇ ਜਿਹਨੂੰ ਨਹੀਂ ਸਮਝ ਆਈ ਉਹ ਮੇਲੇ 'ਚ ਵੀ ਅਕੇਲਾ। ਤਾਂ ਇੱਧਰ ਅਧਿਆਤਮਿਕ ਤਲ 'ਤੇ ਉਲਟੀ ਗੱਲ ਕਹੀ ਜਾ ਰਹੀ ਹੈ। ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਮੇਲੇ ਦੇ ਵਿੱਚ ਵੀ ਤੁਸੀਂ ਅਕੇਲੇ ਹੀ ਹੋ। ਵਾਸਤਵਿਕ ਦੇ ਵਿੱਚ ਕੋਈ ਹੈ ਥੋੜ੍ਹੀ ਤੁਹਾਡਾ ਇੱਥੇ ਜਿੱਥੇ ਤੁਸੀਂ ਸਮਝ ਰਹੇ ਹੋ। ਤੁਸੀਂ ਬਾਹਰੋਂ ਸੋਚ ਲੈਂਦੇ ਹੋ ਮੇਰੇ ਆਪਣੇ ਹਨ, ਆਹ 4 ਚੁਫੇਰੇ ਬਹੁਤ ਹਨ, ਪਰ ਆਪਣਾ ਇੱਥੇ ਕੋਈ ਵੀ ਨਹੀਂ। ਤੁਸੀਂ ਅਕੇਲੇ ਹੀ ਹੋ ਆਏ ਹੋ। ਇਸ ਕਾਰਨ ਜਿਹੜਾ ਵੀ ਧਿਆਨ 'ਚ ਜਾਂਦਾ ਹੈ ਨਾ, ਉਹ ਫਿਰ ਅਕੇਲਾ ਹੁੰਦਾ ਹੈ। ਇਸ ਕਰਕੇ ਗਹਿਰੇ ਧਿਆਨ 'ਚ ਜਾਣੋਂ ਵੀ ਬੰਦਾ ਡਰਦਾ ਹੈ, ਕਿਉਂਕਿ ਉੱਥੇ ਜਾ ਕੇ ਫਿਰ ਅਕੇਲਾ ਹੀ ਹੋ ਜਾਂਦਾ। ਜਿਵੇਂ ਗਹਿਰੀ ਨੀਂਦ ਦੇ ਵਿੱਚ ਤੁਸੀਂ ਅਕੇਲੇ ਹੀ ਹੁੰਦੇ ਹੋ ਨਾ, ਸੁਪਨੇ 'ਚ ਵੀ ਅਕੇਲੇ ਹੁੰਦੇ ਹੋ, ਫਿਰ ਗਹਿਰੀ ਨੀਂਦ ਦੇ ਵਿੱਚ ਬਿਲਕੁਲ ਅਕੇਲੇ ਹੁੰਦੇ ਹੋ, ਕੋਈ ਵੀ ਨਹੀਂ ਹੁੰਦਾ। ਭਾਵੇਂ ਤੁਸੀਂ ਸਾਰੇ ਪਰਿਵਾਰ ਵਿੱਚ ਪਏ ਹੋਏ ਹੋ, ਕਿਸੇ ਦਾ ਪਤਾ ਥੋੜ੍ਹੀ, ਤੁਹਾਨੂੰ ਅਕੇਲੇ ਹੋ ਸੁਸ਼ੁਪਤੀ ਦੇ ਵਿੱਚ। ਅਤੇ ਤੁਰੀਆ ਅਵਸਥਾ 'ਚ ਅਕੇਲਾਪਨ ਵੀ ਖੋ ਜਾਂਦਾ ਹੈ, ਉਹ ਹੋਰ ਅੱਗੇ ਦੀ ਵੀ ਗੱਲ ਹੈ। ਪਰ ਮਨੁੱਖ ਭੀੜ 'ਚ ਰਹਿਣਾ ਗਿੱਝਿਆ ਹੋਇਆ ਹੈ। ਇਸੇ ਕਰਕੇ ਭੇਡਾਂ ਚਾਲ ਕਿਹਾ ਜਾਂਦਾ, ਜਿਵੇਂ ਭੇਡਾਂ ਰਹਿੰਦੀਆਂ ਹਨ ਇੱਕ ਦੂਸਰੇ ਦੇ ਵਿੱਚ ਫਸ ਕੇ। ਇਸੇ ਕਰਕੇ ਤੇ ਕਹਿ ਰਹੇ ਹਨ ਜ਼ਿੰਦਗੀ ਸਮਝ में आ गई तो अकेले में मेला। अकेला भी आदमी ਸੰਸਾਰੀ ਅਕੇਲਾ ਥੋੜ੍ਹੀ ਹੁੰਦਾ ਹੈ। 100 ਮਨੋਰੰਜਨ ਦੇ ਸਾਧਨ ਜੁਟਾ ਲੈਂਦਾ ਹੈ ਉੱਥੇ। ਜੇ ਬਾਹਰ ਨਾ ਹੋਣ ਤੇ ਅੰਦਰ ਵਿਚਾਰਧਾਰਾ ਕਰਕੇ ਮੇਲਾ ਇਕੱਠਾ ਕਰ ਲੈਂਦਾ ਹੈ। ਅਕੇਲਾ ਕਿੱਥੇ ਹੁੰਦਾ ਹੈ? ਅਕੇਲੇ 'ਚ ਵੀ ਮੇਲਾ ਜੁਟਾ ਲੈਂਦਾ। ਗੱਲ ਤਾਂ ਠੀਕ ਹੀ ਕਹਿ ਰਹੇ, ਕਿਉਂਕਿ ਮੇਲੇ 'ਚ ਰਹਿਣਾ ਗਿੱਝਿਆ ਹੋਇਆ ਹੈ ਨਾ, ਮੇਲਾ ਹੀ ਚੰਗਾ ਲੱਗਦਾ ਹੈ। ਅਕੇਲਾਪਨ ਥੋੜ੍ਹੀ ਤੁਹਾਨੂੰ ਚੰਗਾ ਲੱਗਦਾ। ਇਸੇ ਕਾਰਨ ਤੇ ਮਨ ਅਕੇਲੇ ਹੋਣ ਤੋਂ ਡਰਦਾ ਹੈ, ਅਕੇਲਾ ਹੋਣਾ ਨਹੀਂ ਚਾਹੁੰਦਾ ਹੈ, ਕਿਉਂਕਿ ਅਕੇਲੇ ਹੋ ਕੇ ਮਨ ਬੋਰ ਹੋ ਜਾਂਦਾ ਹੈ। ਨਾ ਹੀ ਹੋਏ ਤਾਂ ਕੁਛ ਮਨੋਰੰਜਨ ਦਾ ਸਾਧਨ ਜਾਂ ਸੋਸ਼ਲ ਮੀਡੀਆ, ਕੁਛ ਨਾ ਕੁਛ ਤਾਂ ਹੋਵੇ। ਪਰ ਗੁਰਮੁਖ ਦੀ ਯਾਤਰਾ ਹੀ ਅਕੇਲੇ ਹੋਣ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਗੁਰਮੁਖ ਅਕੇਲਾ ਹੋ ਜਾਵੇਗਾ ਪਹਿਲਾਂ, ਸਾਰਿਆਂ ਨੂੰ ਅਲੱਗਾ, ਸਾਰਿਆਂ ਨੂੰ ਜੁਦਾ, ਕਿਉਂਕਿ ਜੋੜ ਨੇ ਕਿਸੇ ਨਾਲ ਵੀ ਬਣਨਾ ਹੈ। ਭਗਤਾਂ ਅਤੇ ਸਹਿ ਸਾਰੀਆਂ ਜੋੜ ਕਦੇ ਨਾ ਆਏ। ਪਰ ਤੁਸੀਂ ਜੋੜ ਤੋੜਨਾ ਨਹੀਂ ਚਾਹੁੰਦੇ ਹੋ ਮਨਮੁੱਖਾਂ ਨਾਲੋਂ, ਅਤੇ ਤੁਸੀਂ ਲਾਹਾ ਵੀ ਲੈਣਾ ਚਾਹੁੰਦੇ ਹੋ, ਗੁਰਮੁਖ ਵੀ ਹੋਣਾ ਚਾਹੁੰਦੇ ਹੋ। ਗੁਰਮੁਖ ਹੋਣਾ ਮਨ ਦੇ ਉਲਟ ਹੈ, ਇਹ ਮੈਂ ਬਹੁਤ ਵਾਰ ਕਿਹਾ ਹੈ। ਇਸ ਕਰਕੇ ਮਨ ਕਦੇ ਨਹੀਂ ਚਾਹੁੰਦਾ ਹੈ, ਨਾ ਹੀ ਚਾਹੇਗਾ, ਕਿਉਂਕਿ ਮਨ ਨੂੰ ਸੰਸਾਰ ਵਿੱਚੋਂ ਖੁਸ਼ੀ ਮਿਲਦੀ ਹੈ, ਸੰਸਾਰ 'ਚੋਂ ਖੁਰਾਕ ਮਿਲਦੀ, ਸੰਸਾਰ ਤੋਂ ਤ੍ਰਿਪਤੀ ਮਿਲਦੀ ਹੈ। ਫਿਰ ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹ ਫਿਰ ਸੰਸਾਰਿਕ ਸੁੱਖ ਛੱਡ ਦਿੰਦਾ ਹੈ, ਕਿਉਂਕਿ ਮਨ ਛੱਡ ਦਿੰਦਾ ਹੈ। ਮਨ ਸੰਸਾਰ ਵਿੱਚੋਂ ਹੀ ਸੁੱਖ ਲੈਂਦਾ ਹੈ। ਅਗਰ ਮਨ ਨਾ ਹੋਵੇਗਾ ਤਾਂ ਸੁੱਖ ਥੋੜ੍ਹੀ ਮਿਲੇਗਾ ਕੋਈ ਸੰਸਾਰ ਵਿੱਚ। ਗੁਰਮੁਖ ਨੂੰ ਸੰਸਾਰ ਵਿੱਚੋਂ ਸੁੱਖ ਥੋੜ੍ਹੀ ਮਿਲਦਾ। ਇਸ ਕਰਕੇ ਉਹ ਇਕੱਲਾ ਇਕਾਂਤ ਬੈਠਾ ਹੋਇਆ, ਸ਼ਾਂਤ। ਪਰ ਆਮ ਸੰਸਾਰੀ ਉਸ ਗੁਰਮੁਖ ਨੂੰ ਦੇਖ ਕੇ ਬਹੁਤਾ ਖੁਸ਼ ਨਹੀਂ ਹੋਣਗੇ, ਕਹਿਣਗੇ ਇਹ ਵੀ ਕੋਈ ਜ਼ਿੰਦਗੀ ਹੈ, ਲਾਈਫ ਹੈ, ਆਰਾਮ ਨਾਲ ਚੁੱਪਚਾਪ ਬੈਠਾ ਹੋਇਆ। ਸਗੋਂ ਸੰਸਾਰਿਕ ਲੋਕ ਭਗਤਾਂ ਦੀ, ਗੁਰਮੁਖਾਂ ਦੀ ਮਜ਼ਾਕ ਉਡਾਉਂਦੇ ਹਨ। ਉਹ ਹੱਸਦੇ ਹਨ, ਨੱਚਦੇ ਹਨ, ਟੱਪਦੇ ਹਨ, ਕਹਿੰਦੇ ਹਨ ਅਸੀਂ ਦੇਖੋ ਕਿੰਨੇ ਖੁਸ਼ ਹਾਂ,
ਤੇ ਜਿਹੜਾ ਉਦਾਸ ਬੈਠਾ ਹੋਇਆ ਹੈ, ਇਹਦੇ ਕੋ ਕੀ ਹੈ? ਲੋਕ ਉਲਟਾ ਸੋਚਦੇ ਹਨ, ਕਿਉਂਕਿ ਮਨਮੁਖ ਸੋਚਦਾ ਹੈ ਮੈਂ ਗਲਤ ਥੋੜ੍ਹੀ ਹੈ, ਮੈਂ ਬਿਲਕੁਲ ਠੀਕ ਹੈ, ਦੇਖੋ ਮੇਰੇ ਕਿੰਨਾ ਖੁਸ਼ ਹਾਂ, ਕਿੰਨਾ ਮਜ਼ੇ 'ਚ ਹਾਂ। ਅਤੇ ਲੋਕ ਬਾਹਰੋਂ ਮਜ਼ੇ 'ਚ ਦਿਖਾਉਂਦੇ ਰਹਿੰਦੇ ਹਨ ਇੱਕ ਦੂਸਰੇ ਨੂੰ, ਹੱਸ ਹੱਸ ਕੇ, ਮੁਸਕਰਾ ਕੇ ਬਾਹਰੋਂ ਦਿਖਾਉਂਦੇ ਰਹਿੰਦੇ ਹਨ ਦੁਨਿਆਵੀ ਲੋਕ, ਮਨਮੁਖੀ। ਅਤੇ ਗੁਰਮੁਖ ਨੂੰ ਕਹਿਣਗੇ ਲੈ ਇਹ ਇੰਨਾ ਖੁਸ਼ੀ ਦਾ ਮੌਕਾ ਹੈ ਅਤੇ ਇਹ ਨੱਚ ਨਹੀਂ ਰਿਹਾ ਹੈ, ਇਹ ਹੱਸ ਨਹੀਂ ਰਿਹਾ ਹੈ, ਇਹ ਟੱਪ ਨਹੀਂ ਰਿਹਾ ਹੈ, ਇਹਨੂੰ ਖੁਸ਼ੀ ਨਹੀਂ ਆ ਰਹੀ, ਇਹ ਉਦਾਸ ਹੋ ਗਿਆ। ਉਹ 'ਤੇ ਤਰਸ ਕਰਨਗੇ, ਪਰ ਉਹ ਤੁਹਾਡੇ 'ਤੇ ਤਰਸ ਕਰਦਾ ਹੈ ਵੀ ਤੁਸੀਂ ਜਿਹੜੇ ਬੜੇ ਨੱਚ ਰਹੇ ਹੋ, ਭੁੜਕ ਰਹੇ ਹੋ, ਖੁਸ਼ ਹੋ ਰਹੇ ਹੋ ਨਾ, ਮਜ਼ੇ ਲੈ ਰਹੇ ਹੋ, ਇਹਦੇ ਪਿੱਛੇ ਫਿਰ ਦੂਸਰਾ ਪਹਿਲੂ ਵੀ ਆਵੇਗਾ। ਫਿਰ ਤੁਸੀਂ ਤੜਫੋਗੇ ਜਦੋਂ ਦੁੱਖ ਆਵੇਗਾ, ਕਿਉਂਕਿ ਉਹ ਵੀ ਆਉਣਾ ਹੀ ਹੈ ਨਾ। ਮਨ ਦੋਵਾਂ ਪਹਿਲੂਆਂ 'ਚ ਹੀ ਜਾਵੇਗਾ ਨਾ, ਜੇ ਖੁਸ਼ੀ ਆਵੇਗੀ ਤਾਂ ਗਮ ਵੀ ਆਵੇਗੀ, ਜੇ ਹਰਖ ਆਵੇਗਾ ਤਾਂ ਸ਼ੋਕ ਵੀ ਆਵੇਗਾ ਨਾ ਪਿੱਛੇ ਹੀ। ਪਰ ਗੁਰਮੁਖ ਨੇ ਦੋਵੇਂ ਛੱਡ ਦਿੱਤੇ ਹਨ, ਹਰਖ ਸੋਗ ਤੇ ਰਹੇ ਨਿਆਰ, ਨਾ ਹੈ ਮਾਨ ਅਪਮਾਨ। ਹੁਣ ਗੁਰਮੁਖ ਹਰਖ ਤੇ ਸੋਗ ਤੋਂ ਨਿਆਰਾ ਹੋ ਜਾਂਦਾ ਹੈ, ਖੁਸ਼ੀ ਤੇ ਗਮੀ। ਭਾਵ ਕਿ ਸੰਸਾਰਿਕ ਕੋਈ ਵੀ ਖੁਸ਼ੀ ਗਮੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ। ਇਸੇ ਕਾਰਨ ਉਸਤਤ ਨਿੰਦਾ ਤੋਂ ਵੀ ਉਹ ਨਿਰਲੇਪ ਹੋ ਜਾਂਦਾ ਹੈ। ਹੁਣ ਅਗਰ ਤੁਹਾਡੀ ਉਸਤਤ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਤਾਂ ਤੁਸੀਂ ਖੁਸ਼ ਹੋ ਰਹੇ ਹੋ, ਤੁਹਾਨੂੰ ਕੁਛ ਮਿਲ ਗਿਆ, ਪ੍ਰਾਪਤ ਹੋ ਗਿਆ, ਅਤੇ ਬੜੇ ਖੁਸ਼ ਹੋ ਤੁਸੀਂ। ਫਿਰ ਜਦੋਂ ਦੂਸਰਾ ਪਹਿਲੂ ਆਵੇਗਾ, ਨਿੰਦਾ ਕਰਨਗੇ ਲੋਕ, ਫਿਰ ਤੁਸੀਂ ਦੁਖੀ ਵੀ ਹੋਵੋ। ਫਿਰ ਅਗਰ ਤੁਸੀਂ ਪਰਮਾਰਥ ਵਾਲੇ ਮਾਰਗ 'ਤੇ ਆਏ ਚੱਲੇ ਅਤੇ ਤੁਹਾਡੀ ਨਿੰਦਾ ਹੋਵੇਗੀ, ਅਪਮਾਨ ਹੋਵੇਗਾ, ਅਤੇ ਇਸ ਕਾਰਨ ਵੀ ਆਦਮੀ ਇਸ ਪਰਮਾਰਥ ਦੇ ਮਾਰਗ 'ਤੇ ਨਹੀਂ ਚੱਲਦਾ ਵੀ ਲੋਕ ਕੀ ਕਹਿਣਗੇ। ਲੋਕ ਲਾਜ, ਅਤੇ ਜਿਹੜਾ ਲੋਕ ਲਾਜ ਰੱਖਦਾ ਹੈ, ਲੋਕਾਂ ਦੀ ਸ਼ਰਮ ਹੈ ਜਿਹਨੂੰ, ਅਤੇ ਇਹਦਾ ਮਤਲਬ ਲੋਕਾਂ ਨਾਲ ਜੁੜਿਆ ਹੋਇਆ ਹੈ, ਅਤੇ ਜੁੜਿਆ ਹੀ ਰਹਿਣਾ ਚਾਹੁੰਦਾ ਹੈ, ਤਾਂ ਫਿਰ ਗੁਰਮੁਖ ਕਿਵੇਂ ਹੋਵੇਗਾ? ਗੁਰਮੁਖ ਤੇ ਲੋਜ ਲਾਗ ਛੋੜ ਦਿੰਦੇ ਹਨ। ਲੋਗਨ ਕੀ ਵਡਿਆਈ ਉਪਮਾ ਤੇ ਬੈ ਸੰਤਰ ਜਾੜ, ਉਹ ਤਾਂ ਸਭ ਕੁਝ ਹਿਸਾੜ ਕੇ ਸਵਾਦ ਕਰ ਦਿੰਦੇ ਹਨ, ਕਹਿੰਦੇ ਵਡਿਆਈ ਕਰੋ ਭਾਵੇਂ ਨਿੰਦੋ, ਪਰਵਾਹ ਨਹੀਂ ਕਰਦੇ ਹਨ। ਸੰਸਾਰ ਵੱਲੋਂ ਜਿਹੜਾ ਬੇਪਰਵਾਹ ਹੋ ਜਾਂਦਾ ਹੈ ਨਾ, ਸੰਸਾਰ ਦੀਆਂ ਸਾਰੀਆਂ ਵੇਚ ਸਮਝੀਆਂ ਛੱਡ ਦਿੰਦਾ ਹੈ, ਸੰਸਾਰ ਵੱਲੋਂ ਮੁੱਖ ਮੋੜ ਲੈਂਦਾ ਹੈ, ਉਹ ਫਿਰ ਗੁਰਮੁਖ ਹੁੰਦਾ ਹੈ। ਗੁਰੂ ਵੱਲ ਮੁੱਖ ਉਹ ਹੀ ਕਰਦਾ ਹੈ ਜਿਹੜਾ ਸੰਸਾਰ ਵੱਲੋਂ ਮੁੱਖ ਮੋੜ ਲੈਂਦਾ ਹੈ। ਭਾਵ ਕਿ ਝੂਠ ਵੱਲੋਂ ਜਿਹੜਾ ਮੁੱਖ ਮੋੜ ਲੈਂਦਾ ਹੈ, ਉਹ ਸੱਚ ਵੱਲ ਮੁੱਖ ਕਰੇਗਾ ਨਾ। ਇੱਕ ਧਾਰਨਾ ਪੜ੍ਹਦੇ ਹੁੰਦੇ ਹਨ, ਸਾਈਆਂ ਤੋਂ ਮੁਖੜਾ ਨਾ ਮੋੜੇ, ਮੁੱਖ ਦੁਨੀਆ ਮੋੜ ਲਵੇ। ਨਹੀਂ, ਸਾਈਂ ਮੁੱਖ ਨਹੀਂ ਮੋੜਦਾ ਹੈ, ਤੁਹਾਡਾ ਮੁੱਖ ਦੁਨੀਆ ਵੱਲ ਨੂੰ ਹੈ। ਤੁਸੀਂ ਕਹਿ ਰਹੇ ਹੋ ਵੀ ਦੁਨੀਆ ਮੁੱਖ ਨਾ ਮੋੜ ਲਵੇ ਮੇਰੇ ਵੱਲੋਂ, ਤੁਸੀਂ ਦੁਨੀਆ ਨੂੰ ਖੁਸ਼ ਕਰ ਰਹੇ ਹੋ, ਅਤੇ ਜਿਹੜਾ ਦੁਨੀਆ ਨੂੰ ਖੁਸ਼ ਕਰ ਰਿਹਾ ਹੈ ਉਹ ਦੁਨੀਆ 'ਚੋਂ ਕੁਛ ਚਾਹੁੰਦਾ ਹੈ, ਤਾਂ ਹੀ ਖੁਸ਼ ਕਰ ਰਿਹਾ ਹੈ ਨਾ। ਕੋਈ ਪ੍ਰਭਤਾ ਚਾਹੁੰਦਾ ਹੈ, ਕੋਈ ਮਾਣ ਵਡਿਆਈ ਚਾਹੁੰਦਾ ਹੈ, ਕੋਈ ਧਨ ਪਦਾਰਥ ਚਾਹੁੰਦਾ ਹੈ, ਤਾਂ ਹੀ ਕਰ ਰਿਹਾ ਹੈ ਨਾ ਖੁਸ਼ਾਮਤ ਦੁਨੀਆ ਦੀ, ਦੁਨੀਆ ਨੂੰ ਖੁਸ਼ ਕਰ ਰਿਹਾ ਹੈ। ਅਤੇ ਧਾਰਮਿਕ ਲੋਕ ਵੀ ਬੜਿਆ ਖੁਸ਼ ਕਰਕੇ ਰੱਖਦੇ ਹਨ, ਨਾਲੇ ਕਈ ਜਾਣੇ ਕਿਸੇ ਦਾ ਦਿਲ ਨਹੀਂ ਦੁਖਾਈਦਾ। ਨਹੀਂ, ਤੁਹਾਡੀ ਆਪਣੀ ਵਾਸ਼ਨਾ ਹੈ, ਤੁਸੀਂ ਵਡਿਆਈ ਚਾਹੁੰਦੇ ਹੋ, ਮਾਣ ਸਨਮਾਨ ਚਾਹੁੰਦੇ ਹੋ, ਇਸ ਕਰਕੇ ਖੁਸ਼ਾਮਦ ਕਰ ਰਹੇ ਹੋ ਦੁਨੀਆ ਦੀ। ਤੁਹਾਨੂੰ ਦੂਜਿਆਂ ਦੀ ਪਰਵਾਹ ਥੋੜ੍ਹੀ ਹੈ। ਇਹ ਸਾਧੂ ਮਹਾਤਮਾ ਪ੍ਰਚਾਰਕ ਇਹ ਗੁਰਮੁਖ ਨਹੀਂ ਹਨ ਜਿਹੜੇ ਦੂਸਰਿਆਂ ਨੂੰ ਖੁਸ਼ ਕਰ ਰਹੇ ਹਨ, ਕਿਉਂਕਿ ਇਹਨਾਂ ਅੰਦਰ ਵਾਸ਼ਨਾ ਹੈ ਕੁਛ ਹੋਣ ਦੀ, ਕੁਛ ਪ੍ਰਾਪਤ ਕਰਨ ਦੀ। ਜਿਹਦੇ ਅੰਦਰ ਕੋਈ ਵਾਸ਼ਨਾ ਨਹੀਂ ਨਾ ਹੁੰਦੀ ਹੈ,
ਸੰਸਾਰ ਤੋਂ ਕੁਛ ਚਾਹੁੰਦਾ ਨਹੀਂ ਜਿਹੜਾ, ਸੰਸਾਰ ਤੋਂ ਨਿਰਲੇਪ ਹੈ, ਹਰਕ ਸੋਗ ਤੋਂ ਨਿਰਲੇਪ ਹੈ। ਜਿਹੜਾ ਗੁਰਮੁਖ ਹੈ ਉਹ ਹੀ ਦੂਸਰੇ ਦਾ ਭਲਾ ਕਰਦਾ ਹੈ, ਤੋ ਉਹ ਖੁਸ਼ਾਮਤ ਨਹੀਂ ਕਰਦਾ ਹੈ, ਉਸ ਉਲਟਾ ਕੰਮ ਕਰਦਾ ਹੈ। ਉਹ ਔਗਣ ਦੱਸਦਾ ਹੈ, ਉਹ ਚੋਟ ਕਰਦਾ ਹੈ। ਜਿਵੇਂ ਆਹ ਲਿਖਿਆ ਹੈ ਨਾ, ਜਦੋਂ ਦੀ ਕਰਨੀ ਸ਼ੁਰੂ ਕੀਤੀ ਹੈ ਤੁਹਾਡੀ ਸੰਗਤ, ਗੁਨਾਹਾਂ ਨੂੰ ਚੜ੍ਹ ਰਹੀ ਹੈ ਨਿਗਾਹਾਂ ਦੀ ਰੰਗਤ। ਨਹੀਂ, ਝਾੜ ਰਹੀ ਹੈ ਨਿਗਾਹਾਂ ਦੀ ਰੰਗਤ। ਜਿੰਨੀ ਸੰਗਤ ਕਰੋਗੇ ਓਨੀ ਹੀ ਗੁਨਾਹਾਂ ਦੀ ਰੰਗਤ ਝੜੇਗੀ, ਘਟੇਗੀ। ਗੁਨਾਹ ਕੀ ਹੈ? ਸੰਸਾਰ ਨਾਲ ਮਨ ਜੋੜ ਲੈਣਾ, ਇਹੋ ਹੀ ਗੁਨਾਹ ਹੈ। ਅਸਤ ਨਾਲ ਮਨ ਜੋੜ ਲੈਣਾ, ਇਹੋ ਹੀ ਪਾਪ ਹੈ। ਜਿੰਨਾ ਜ਼ਿਆਦਾ ਜੋੜੇਗਾ ਓਨਾ ਹੀ ਉਹ ਜ਼ਿਆਦਾ ਭਟਕੇਗਾ, ਨਰਕ ਭੋਗੇਗਾ, ਕਹਿਣ ਦਾ ਭਾਵ ਹੈ। ਫਿਰ ਇੱਥੇ ਦੁੱਖ ਘਨੇਰਿਆਂ ਅੱਗੇ ਠਾਓ ਨਾ ਠਾਓ। ਇੱਥੇ ਵੀ ਦੁੱਖ ਪਾਉਂਦੇ ਹਨ ਮਨਮੁਖੀ ਲੋਕ, ਕਿੱਥੇ ਸੁਖੀ ਹਨ? ਦਿਖਾ ਹੀ ਰਹੇ ਹਨ ਬਾਹਰੋਂ ਬਾਹਰੋਂ। ਘੜੀ ਪਲ ਦਾ ਕਿਤੇ ਸੁੱਖ ਮਿਲ ਜਾਂਦਾ ਹੈ, ਕਿੰਨੀ ਦੁੱਖਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਫਿਰ ਜਿਵੇਂ ਜਿਵੇਂ ਜ਼ਿਆਦਾ ਉਮਰ ਹੁੰਦੀ ਹੈ, ਮੌਤ ਲਾਗੇ ਆਉਂਦੀ ਹੈ, ਉਵੇਂ ਦੁੱਖ ਵੱਧਦੇ ਹਨ। ਅਤੇ ਮਨਮੁਖੀ ਬਾਹਰੋਂ ਸੁੱਖ ਮੰਗਦਾ ਹੈ ਸੰਸਾਰ ਵਿੱਚੋਂ, ਕਿਉਂਕਿ ਸੰਸਾਰ ਵਿੱਚ ਸੁੱਖ ਨੂੰ ਸੱਚ ਜਾਣ ਲੈਂਦਾ ਹੈ ਨਾ ਮਨੁੱਖ। ਤੁਸੀਂ ਇਹੋ ਹੀ ਸੰਸਾਰਿਕ ਸੁੱਖਾਂ ਨੂੰ ਹੀ ਸੱਚ ਜਾਣਦੇ ਹੋ, ਤਦੇ ਭੱਜੇ ਫਿਰਦੇ ਹੋ, ਮਨ ਦੇ ਪਿੱਛੇ ਲੱਗੇ ਹੋਏ। ਅਤੇ ਗੁਰਮੁਖ ਹੋਣਾ ਅਤੇ ਸੰਸਾਰਿਕ ਸੁੱਖਾਂ ਨੂੰ ਛੱਡੋ, ਇਹ ਝੂਠ ਹਨ। ਸੁਖ ਪੱਲਰ ਤਿਆਗ ਮਹਾਂ ਸੁਖ ਪਾਵੇ। ਅਤੇ ਗੁਰਮੁਖ ਹੈ ਜੋ ਵਾਸਤਵਿਕ ਸੁੱਖ ਪਾ ਲੈਂਦਾ ਹੈ, ਮਹਾਂ ਸੁੱਖ ਨੂੰ, ਨਾਲੇ ਜੀਵਨ 'ਚ ਲਾਹਾ ਲੈ ਜਾਂਦਾ ਹੈ। ਗੁਰਮੁਖ ਹੀ ਜੀਂਦਾ ਹੈ, ਮਨਮੁਖ 'ਤੇ ਭਟਕਦਾ ਹੈ।